ਸਾਰਾ ਕੁਝ ਛੱਡ ਕੇ ਇੱਥੇ ਸੰਘਰਸ਼ ਦੇ ਵਿੱਚ ਆਉਣਾ, ਇਹ ਡਿਸੀਜਨ ਕਿਵੇਂ ਲਿਆ? ਕਿਵੇਂ ਲੱਗਿਆ ਵੀ ਯਾਰ ਨਹੀਂ ਯਾਰ ਚਲੋ ਉੱਥੇ ਯਾਰ ਜਿੱਥੇ ਕਿਸਾਨ ਬੈਠੇ ਉੱਥੇ ਬਹਿੰਦੇ ਹਾਂ? ਸਰ ਪਹਿਲਾਂ ਅਸੀਂ ਅਗੇਨ ਜਿੱਦਾਂ ਹਰ ਇੱਕ ਕੋਈ ਹੁਣ ਵੀ ਬੈਠਾ ਦੇਖਦਾ ਹੈ, ਅਸੀਂ ਵੀ ਇੱਦਾਂ ਹੀ ਪਹਿਲਾਂ ਵੀਡੀਓਜ਼ ਦੇਖਦੇ ਸੀਗੇ। ਇੱਕ ਦਿਨ ਡਾਕਟਰ ਸਾਹਿਬ ਨੇ ਅਪੀਲ ਕੀਤੀ ਕਿ ਇੱਥੇ ਡਾਕਟਰਸ ਦੀ ਬੜੀ ਕਮੀ ਹੋ ਰਹੀ ਹੈ, ਮੈਡੀਕਲ ਸਟਾਫ ਦੀ ਬੜੀ ਕਮੀ ਹੋ ਰਹੀ ਹੈ, ਔਰ ਸਾਡੇ ਜਿਹੜੇ ਬਜ਼ੁਰਗ ਨੇ ਉਹ ਕਈ ਬਿਮਾਰੀਆਂ ਨਾਲ ਜੂਝ ਰਹੇ ਨੇ, ਇਹਨਾਂ ਨੂੰ ਸਾਡੀ ਲੋੜ ਹੈ। ਤਾਂ ਉਹਨਾਂ ਦੀ ਇੱਕ ਅਪੀਲ ਸੀ ਜਿਹਨੇ ਮੈਨੂੰ ਖਿੱਚਿਆ। ਬਾਕੀ ਲੋਕਾਂ ਤੋਂ ਤਾਰੀਫ ਸੁਣੀ ਆ ਵੀ ਭਾਈ ਕਦੋਂ ਵੀ ਤੁਹਾਨੂੰ ਕਹਿ ਦਿਓ ਤੇ ਤੁਸੀਂ ਉਵੇਂ ਪੂਰੇ ਐਨਰਜੀ ਦੇ ਵਿੱਚ ਹਮੇਸ਼ਾ ਤਿਆਰ ਰਹਿੰਦੇ ਹੋ ਹੈਲਪ ਕਰਨ ਵਾਸਤੇ। ਸਰ ਇਹ ਤਾਂ ਲਈ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਕਿ ਉਹਨਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਸ਼ ਕੀਤਾ। ਦੇਖੋ ਹਰ ਇੱਕ ਕੋਈ ਕਰਨਾ ਹਰ ਇੱਕ ਕੋਈ ਚਾਹੁੰਦਾ ਹੈ, ਪਰ ਬਖਸ਼ਿਸ਼ ਹੋਈ ਹੈ ਪਰਮਾਤਮਾ ਦੀ ਕਿ ਉਹਨਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਆਪਣੇ ਬਜ਼ੁਰਗਾਂ ਦੇ ਲਈ ਕੁਝ ਕਰਨ ਦਾ। ਇਹ ਸਾਡੇ ਲਈ ਬਹੁਤ ਕੁਝ ਕਰਦੇ ਨੇ, ਲੇਕਿਨ ਅਸੀਂ ਨਹੀਂ ਕਦੀ ਵੀ ਕਰ ਪਾਉਂਦੇ ਹਾਂ। ਉਹੀ ਇੱਕ ਸੋਚ ਲੈ ਕੇ ਬਸ ਸ਼ੁਰੂ ਤੋਂ ਸਵੇਰ ਤੋਂ ਸ਼ੁਰੂ ਹੋ ਜਾਈਦਾ। ਮਨ 'ਚ ਆਇਆ ਕਿ ਸੇਵਾ ਭਾਵਨਾ ਸੀਗੀ ਕਿ ਆਪਾਂ ਦੇਣੀ ਹੈ। ਡਾਕਟਰ ਸਾਹਿਬ ਦਾ ਸਾਨੂੰ ਸਹਿਯੋਗ ਮਿਲਿਆ, ਇਹਨਾਂ ਨੇ ਸਾਨੂੰ ਘਰ ਵਰਗੀਆਂ ਸਹੂਲਤਾਂ ਦਿੱਤੀਆਂ ਹੋਈਆਂ ਇੱਥੇ। ਅਤੇ ਮਤਲਬ ਅਸੀਂ ਜੇ ਮੈਂ ਸੱਚੀ ਦੱਸਾਂ ਤਾਂ ਮੈਨੂੰ ਘਰ ਨਾਲੋਂ ਵੱਧ ਇੱਥੇ ਪਿਆਰ ਮਿਲਦਾ ਪਿਆ, ਘਰ ਤੋਂ ਵੱਧ ਸਾਨੂੰ ਜਿਹੜੀਆਂ ਉਹ ਸਹੂਲਤਾਂ ਇੱਥੇ ਮਿਲਦੀਆਂ ਪਈਆਂ। ਅਸੀਂ ਇੱਕ ਐਪ ਲਾਂਚ ਕੀਤੀ ਹੈ ਮੈਡ ਅਲਰਟ, ਜਿਹਦੇ ਰਾਹੀਂ ਹੁਣ ਕਿਸਾਨ ਕੋਈ ਕਿਤੇ ਵੀ ਬੈਠਾ ਹੈ, ਚਾਹੇ ਉਹ ਟਿੱਕਰੀ ਬਾਰਡਰ 'ਤੇ ਹੈ, ਚਾਹੇ ਸਿੰਘੂ 'ਤੇ ਹੈ, ਚਾਹੇ ਗਾਜ਼ੀਆਬਾਦ ਹੈ, ਉਹ ਉੱਥੇ ਬੈਠ ਕੇ ਵੀ ਡਾਕਟਰ ਤੋਂ ਆਪਣੀ ਜਿਹੜੀ ਹੈ ਉਹ ਸਲਾਹ ਲੈ ਸਕਦਾ ਹੈਗਾ। ਐਪ ਦੇ ਜ਼ਰੀਏ ਜਿਹੜੇ ਹੈ ਉਹ 200 ਡਾਕਟਰ ਸਾਡੇ ਕੋਲ ਆਲਰੇਡੀ ਰਜਿਸਟਰ ਨੇ, ਜਿਹਦੇ ਵਿੱਚ 20 ਸਪੈਸ਼ਲਿਟੀਜ਼ ਦੇ ਅਕੋਰਡਿੰਗਲੀ ਸਾਡੇ ਕੋਲ ਅਲੱਗ-ਅਲੱਗ ਸਪੈਸ਼ਲਿਟੀਜ਼ ਹੈਗੀਆਂ ਨੇ ਵਿੱਚ, ਜਿੱਦਾਂ ਕਿ ਤੁਸੀਂ ਕਹਿ ਸਕਦੇ ਹੋ ਹਾਰਟ ਦੇ ਡਾਕਟਰ ਨੇ ਸਾਡੇ ਕੋਲ, ਦੰਦਾਂ ਵਾਲਾ ਡਾਕਟਰ ਵਿੱਚ ਹੈ, ਅੱਖਾਂ ਵਾਲਾ, ਕੰਨਾਂ ਵਾਲਾ, ਠੀਕ ਹੈ ਨਾ। ਉਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਹੋਰ ਸਪੈਸ਼ਲਿਸਟ ਜੁੜੇ ਹੋਏ ਨੇ ਉਹ ਉੱਥੇ ਸਾਡੇ ਕੋਲ ਪ੍ਰੈਜ਼ੈਂਟ ਨੇ ਐਪ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨਵਰੀਤ ਸਿਵੀਆ ਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ। ਇਸ ਸਮੇਂ ਦਿੱਲੀ ਧਰਨੇ ਦੇ ਵਿੱਚ 3 ਮਹੀਨਿਆਂ ਤੋਂ ਤਾਂ ਹੋ ਗਏ ਬਾਈ, ਪਰ ਜਿਹੜੇ ਖੜੇ ਆ ਉਹ ਤਾਂ ਫਿਰ ਖੜੀ ਆ ਨਾ, ਤੇ ਜਿਹੜੇ ਲੋਕ ਸੇਵਾ ਨਿਭਾ ਰਹੇ ਆ ਦਿਨ ਰਾਤ ਲੱਗੇ ਪਏ ਆ। ਮੇਰੇ ਨਾਲ ਇੱਕ ਅਜਿਹੇ ਹੀ ਡਾਕਟਰ ਆ ਜਿਨ੍ਹਾਂ ਨੂੰ ਬਹੁਤ ਲੰਬਾ ਸਮਾਂ ਤਾਂ ਸਾਨੂੰ ਵੀ ਦੇਖਦੇ ਹੋ ਗਿਆ। ਇੰਨੀ ਗਲਤੀ ਸਾਡੇ ਤੋਂ ਵੀ ਹੋਈ ਆ ਵੀ ਇੰਟਰਵਿਊ ਕਰਨ ਦੇ ਵਿੱਚ ਕਾਫੀ ਲੇਟ ਹੋ ਗਏ, ਪਰ ਇੰਨਾ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ? ਸਰ ਮੈਂ 4 ਜਨਵਰੀ ਨੂੰ ਪਹਿਲੀ ਵਾਰ ਇੱਥੇ ਆਈ ਸੀਗੀ, ਅਤੇ ਉਸ ਤੋਂ ਬਾਅਦ 1-2 ਵਾਰ ਘਰ ਗਈ ਹਾਂ, ਬਟ ਇੱਥੇ ਹੀ ਆ। ਇੱਥੇ ਹੋ ਤਾਂ ਤੁਸੀਂ ਵੈਸੇ ਪ੍ਰੋਫੈਸ਼ਨ ਦੇ ਤੌਰ ਦੇ ਉੱਤੇ ਡਾਕਟਰ ਤਾਂ ਹੈਗੇ ਹੋ ਜਾਂ ਕੀ ਕਰ? ਸਰ ਮੇਰਾ ਬੈਕਗਰਾਊਂਡ ਜੋ ਹੈ ਉਹ ਫਾਰਮਾਸਿਸਟ ਹੈ, ਔਰ ਮੇਰੀ ਪੋਸਟ ਗ੍ਰੈਜੂਏਸ਼ਨ ਹੈ ਫਾਰਮੇਸੀ ਦੇ ਵਿੱਚ। ਹਾਂਜੀ, ਔਰ ਖੁਦ ਹੀ ਸਾਡੀ ਆਪਣੀ ਕੰਪਨੀ ਹੈ, ਪੂਰੀ ਟੀਮ ਹੈ ਸਾਡੀ ਮੈਡ ਅਲਰਟ। ਔਰ ਇੱਥੇ ਅਸੀਂ ਡਾਕਟਰ ਸਵਾਈਮਾਨ ਸਿੰਘ ਦੀ ਐਸੋਸੀਏਸ਼ਨ, ਜੋ ਕਿ 5 ਰਿਵਰ ਹਾਰਟ ਐਸੋਸੀਏਸ਼ਨ ਹੈ, ਉਹਨਾਂ ਨਾਲ ਮਿਲ ਕੇ ਇੱਕ ਨਵਾਂ ਰੈਵੋਲੂਸ਼ਨ ਲਿਆਉਣ ਦਾ ਕਹਿ ਲਓ ਇੱਕ ਨਵਾਂ ਇਨੀਸ਼ੀਏਟਿਵ ਲਿਆ ਸੀ, ਜਿਹੜਾ ਕੀ ਹੈ ਕਿ ਟੈਲੀਮੈਡੀਸਨ। ਅਸੀਂ ਇੱਕ ਐਪ ਲਾਂਚ ਕੀਤੀ ਹੈ ਮੈਡ ਅਲਰਟ, ਜਿਹਦੇ ਰਾਹੀਂ ਹੁਣ ਕਿਸਾਨ ਕੋਈ ਕਿਤੇ ਵੀ ਬੈਠਾ ਹੈ, ਚਾਹੇ ਉਹ ਟਿੱਕਰੀ ਬਾਰਡਰ 'ਤੇ ਹੈ, ਚਾਹੇ ਸਿੰਘੂ 'ਤੇ ਹੈ, ਚਾਹੇ ਗਾਜ਼ੀਆਬਾਦ ਹੈ, ਉਹ ਉੱਥੇ ਬੈਠ ਕੇ ਵੀ ਡਾਕਟਰ ਤੋਂ ਆਪਣੀ ਜਿਹੜੀ ਹੈ ਉਹ ਸਲਾਹ ਲੈ ਸਕਦਾ ਹੈਗਾ। ਅੱਛਾ, ਇਹ ਜਿਹੜੀ ਕੰਪਨੀ ਹੈ ਇਹ ਤੁਸੀਂ ਇਹਨੂੰ ਚਲਾਉਂਦੇ ਹੋ ਜਾਂ ਤੁਹਾਡੀ ਕੰਪਨੀ? ਹਾਂਜੀ, ਸਾਡੀ ਇੱਕ ਪੂਰੀ ਟੀਮ ਹੈ, IT ਟੀਮ ਹੈ, ਉਸ ਤੋਂ ਬਾਅਦ ਡਾਕਟਰਸ ਪੈਨਲ ਹੈ ਜੋ US ਦੇ ਡਾਕਟਰਸ ਨੇ, ਉਹਨਾਂ ਨੂੰ ਉਹ ਫਾਊਂਡਰ ਨੇ ਮੇਰੇ ਬ੍ਰਦਰ ਹੈ। ਟਰਾਲੀ ਦੇ ਵਿੱਚ ਮੰਨ ਲਓ ਵੀ ਕਿਵੇਂ ਇਹਦੀ ਵਰਤੋਂ ਕਰਦੇ ਆ? ਹੁਣ ਲੋਕ ਆਏ ਆ, ਬਹੁਤ ਸਾਰੇ ਲੋਕ ਆਏ ਵੇ ਆ, ਹੈ ਨਾ। ਮੰਨ ਲਓ ਮੈਨੂੰ ਕੋਈ ਦਿੱਕਤ ਆ, ਉਹ 'ਚ ਐਪ ਹੀ ਕਿਵੇਂ ਮਦਦ ਕਰ ਸਕਦਾ? ਮਤਲਬ ਕਿਸਾਨੀ ਸੰਘਰਸ਼ ਦੀ ਮਦਦ ਕਿਵੇਂ ਕਰ ਰਿਹਾ ਹੈ? ਬਿਲਕੁਲ ਜੀ, ਤੁਸੀਂ ਹੁਣ ਜੇ ਅਗਰ ਸਪੋਜ਼ ਕਰ ਲਓ ਤੁਹਾਨੂੰ ਦਿੱਕਤ ਹੈ ਔਰ ਤੁਸੀਂ 20 ਕਿਲੋਮੀਟਰ ਪਿੱਛੇ ਬੈਠੇ ਹੋ, ਤੁਹਾਡੇ ਕੋਲ ਨੇੜੇ ਤੇੜੇ ਕੋਈ ਕੈਂਪ ਨਹੀਂ ਹੈਗਾ, ਤੁਹਾਨੂੰ ਕੋਈ ਵੀ ਪਰੇਸ਼ਾਨੀ ਹੋ ਰਹੀ ਹੈ, ਰਾਦਰ ਦੈਨ ਤੁਸੀਂ ਕੋਈ ਵੀ ਮੈਡੀਸਨ ਆਪ ਹੀ ਚੁੱਕ ਕੇ ਆਪਣੇ ਝੋਲੇ 'ਚੋਂ ਖਾ ਲਓ, ਉਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਇਸ ਐਪ ਨੂੰ ਯੂਜ਼ ਕਰੋ। ਉੱਥੇ ਜਿਹੜੀ ਦਿੱਕਤ ਹੈ ਉਹਦੇ ਇੱਕ ਕਾਲਮ ਬਣਿਆ ਹੋਇਆ ਜਿਸ 'ਚ ਆਪਣੀ ਦਿੱਕਤ ਲਿਖੋਗੇ ਔਰ ਸਟਾਰਟ ਕੰਸਲਟੇਸ਼ਨ ਕਰੋਗੇ। ਉਹਦੇ ਨਾਲ ਕੀ ਹੈ, ਜਿਹੜਾ ਵੀ ਤੁਹਾਡੇ ਉੱਥੇ ਡਾਕਟਰ ਬੈਠਾ ਹੋਏਗਾ ਉਹ ਆਨਲਾਈਨ ਫੇਸ ਟੂ ਫੇਸ ਤੁਹਾਡੇ ਨਾਲ ਗੱਲ ਕਰੇਗਾ, ਤੁਹਾਡੇ ਤੋਂ ਪੂਰੀ ਹਿਸਟਰੀ ਲਈ ਜਾਏਗੀ ਕਿ ਕੀ ਪ੍ਰੋਬਲਮ ਕੀ ਹੈ, ਕਿੰਨੇ ਸਮੇਂ ਤੋਂ ਹੈ, ਕੋਈ ਹੋਰ ਮੈਡੀਕੇਸ਼ਨ ਖਾਂਦੇ ਹੋ ਕਿ ਨਹੀਂ ਖਾਂਦੇ ਹੋ। ਤਕਰੀਬਨ ਕਈ ਵਾਰ ਸਾਨੂੰ 15 ਤੋਂ 20 ਮਿੰਟ, ਕਈ ਵਾਰ ਅੱਧਾ ਘੰਟਾ ਵੀ ਲੱਗ ਜਾਂਦਾ ਹੈ ਪੇਸ਼ੈਂਟ ਦੇ ਨਾਲ ਡਾਕਟਰ ਦਾ, ਡਿਪੈਂਡ ਕਰਦਾ ਡਿਜ਼ੀਜ਼ ਕਿਹੜਾ ਹੈ ਤੁਹਾਨੂੰ, ਠੀਕ ਹੈ। ਉਹਦੇ ਨਾਲ ਪੂਰੀ ਹਿਸਟਰੀ ਲੈ ਕੇ ਤੁਹਾਡਾ ਇੱਕ ਰਿਕਾਰਡ ਬਣਾਇਆ ਜਾਂਦਾ ਹੈ ਜੋ ਲੌਂਗ ਟਰਮ, ਉਸ ਤੋਂ ਬਾਅਦ ਵੀ ਇੱਥੇ ਸੰਘਰਸ਼ ਖਤਮ ਹੋ ਗਿਆ, ਇਹ ਐਪ ਇੱਥੇ ਨਹੀਂ ਖਤਮ ਹੁੰਦੀ ਹੈ। ਜਦੋਂ ਤੁਸੀਂ ਆਪਣੇ ਘਰਾਂ ਨੂੰ ਚਲ ਗਏ, ਉੱਥੋਂ ਜਾ ਕੇ ਵੀ ਦਵਾਈ ਲੈ ਸਕਦੇ ਹੋ ਜਾਂ ਕੰਸਲਟ ਕਰ ਸਕਦੇ ਹੋ।
ਕਈ ਡਿਜ਼ੀਜ਼ਸ ਐਵੇਂ ਦੀਆਂ ਜੋ ਲੌਂਗ ਟਰਮ ਚੱਲਦੀਆਂ, ਜਿੱਦਾਂ ਕਿ ਬਲੱਡ ਪ੍ਰੈਸ਼ਰ ਹੋ ਗਿਆ, ਸ਼ੂਗਰ ਹੋ ਗਿਆ, ਉਹ ਕਦੀ ਇਹ ਨਹੀਂ ਹੈ ਕਿ ਖਤਮ ਹੋ ਜਾਊਗੀ, ਠੀਕ ਹੈ, ਲੇਕਿਨ ਉਹਦੀ ਮੋਨੀਟਰਿੰਗ ਬੜੀ ਜ਼ਰੂਰੀ ਹੁੰਦੀ ਹੈ। ਤੁਸੀਂ ਕੀ ਹੁੰਦਾ ਹੈ, ਸ਼ੂਗਰ 3 ਮਹੀਨੇ ਬਾਅਦ ਕਰਾਈ ਜਾਂ ਹਰ ਹਫਤੇ ਕਰਾ ਰਹੇ ਹੋ, ਲੇਕਿਨ ਕਿਤੇ ਵੀ ਰਿਕਾਰਡ ਨਹੀਂ ਰੱਖਦੇ। ਇਸ ਐਪ ਦੇ ਰਾਹੀਂ ਤੁਸੀਂ ਉਹਦਾ ਰਿਕਾਰਡ ਰੱਖ ਸਕਦੇ, ਔਰ ਜਦੋਂ ਤੁਸੀਂ ਡਾਕਟਰ ਕੋਲ ਜਾਓ ਉਹਨੂੰ ਦੱਸੋ ਕਿ ਮੈਂ 15 ਦਿਨ ਦੀ ਰਿਕਾਰਡ ਕੀਤੀ ਹੈ ਤੇ ਆਹ ਮੇਰਾ ਡਾਟਾ ਹੈ ਜੀ। ਅੱਛਾ, ਤੇ ਹੁਣ ਜਿਵੇਂ ਤੁਸੀਂ ਵੈਸੇ ਆਪਾਂ ਗੱਲ ਕਰਦੇ ਆ, ਇੱਥੇ ਕਿੰਨੇ ਪੇਸ਼ੈਂਟ ਆ ਰਹੇ ਹੈਗੇ ਰੋਜ਼? ਇੱਥੇ ਆਪਾਂ ਕਿਉਂਕਿ ਪਿੰਡ ਕੈਲੀਫੋਰਨੀਆ ਬੈਠੇ ਆ, ਡਾਕਟਰ ਸਵੈਸ ਮਾਨ ਸਿੰਘ ਹੈ ਜਿਹੜੇ ਉਹ ਇੱਥੇ ਦੇਖਦੇ ਆ ਕੰਮ ਕਰ, ਕਿੰਨੇ ਪੇਸ਼ੈਂਟ ਆਉਂਦੇ ਇੱਥੇ ਤਾਂ? ਸਰ 26 ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗੇ, ਬਹੁਤ ਜ਼ਿਆਦਾ। ਮੈਂ ਕਹਾਂ ਤਾਂ ਸ਼ਾਇਦ 2-3 ਹਜ਼ਾਰ ਤੱਕ ਅਸੀਂ ਪੇਸ਼ੈਂਟ ਦੇਖਦੇ ਸੀ ਜਦੋਂ ਅਸੀਂ ਬਾਹਰ ਓਪਨ ਬੈਠੇ ਹੁੰਦੇ ਸੀਗੇ। ਉਦੋਂ ਤਾਂ ਕੋਈ ਲੰਘਦਾ ਟੱਪਦਾ ਵੀ ਸਾਡੇ ਕੋਲੋਂ ਲੈ ਜਾਂਦਾ ਸੀਗਾ। ਹੁਣ ਜਿਹੜੇ ਹੈ ਦੋ ਚੀਜ਼ਾਂ ਦਾ ਫਰਕ ਪਿਆ, ਇੱਕ 26 ਤੋਂ ਬਾਅਦ ਥੋੜੀ ਘਟੇ ਨੇ ਆਣਾ, ਸ਼ਾਇਦ ਡਰਦੇ ਨੇ ਕਿ ਇੱਥੇ ਪਤਾ ਨਹੀਂ ਉਹ ਫੈਸਿਲਿਟੀਆਂ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੂੰਗੀ ਕਿ ਚਾਹੇ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਜਾਂ ਜੋ ਵੀ ਤੁਹਾਡਾ ਹੈਗਾ ਹੈ, ਤੁਸੀਂ ਇੱਥੇ ਆਓ। ਇੱਥੇ ਸਿਰਫ ਰਹਿਣ ਦੀ ਹੀ ਨਹੀਂ, ਜਦ ਕਿ ਤੁਹਾਡੀ ਸਿਹਤ ਦਾ ਵੀ ਧਿਆਨ ਪੂਰਾ ਰੱਖਿਆ ਜਾਂਦਾ ਹੈ। ਔਰ ਇਹਦਾ ਸ਼੍ਰੇ ਮੈਂ ਜਿਹੜਾ ਹੈ ਉਹ 5 ਰਿਵਰ ਹਾਰਟ ਐਸੋਸੀਏਸ਼ਨ ਨੂੰ ਦਿੰਦੀ ਹਾਂ, ਕਿਉਂਕਿ ਉਹਨਾਂ ਨੇ ਇੱਕ ਇੰਨਾ ਵੱਡਾ ਉਪਰਾਲਾ ਇੱਥੇ ਕੀਤਾ ਹੈ ਕਿ ਡਾਕਟਰਸ ਨੂੰ ਇੱਕ ਪਲੇਟਫਾਰਮ ਥੱਲੇ ਲਿਆਂਦਾ। ਔਰ ਇਕੱਲੇ ਡਾਕਟਰਸ ਹੀ ਨਹੀਂ ਹੈਗੇ, ਤੁਹਾਨੂੰ ਮੈਡੀਸਨ ਦਿੱਤੀ ਜਾਂਦੀ ਹੈ। ਕਿੰਨੇ ਡਾਕਟਰ ਆਏ ਆ ਇਸ ਪਲੇਟਫਾਰਮ 'ਤੇ? ਸਰ ਐਟ ਪ੍ਰੈਜ਼ੈਂਟ ਔਨ ਬੋਰਡ, ਜਿਵੇਂ ਕਹਾਂ ਕਿ ਮੈਂ ਇੱਥੇ ਫਿਜ਼ੀਕਲੀ ਜਿਹੜੇ ਪ੍ਰੈਜ਼ੈਂਟ ਹੁੰਦੇ ਆ, ਹਰ ਰੋਜ਼ 4 ਤੋਂ 5 ਡਾਕਟਰਸ ਇੱਥੇ ਪ੍ਰੈਜ਼ੈਂਟ ਹੁੰਦੇ ਨੇ। ਉਹ ਐਪ ਦੇ ਜ਼ਰੀਏ ਕਨੈਕਟ, ਐਪ ਦੇ ਜ਼ਰੀਏ ਜਿਹੜੇ ਆ ਉਹ 200 ਡਾਕਟਰ ਸਾਡੇ ਕੋਲ ਆਲਰੇਡੀ ਰਜਿਸਟਰ ਨੇ, ਜਿਹਦੇ ਵਿੱਚ 20 ਸਪੈਸ਼ਲਿਟੀਜ਼ ਦੇ ਅਕੋਰਡਿੰਗਲੀ ਸਾਡੇ ਕੋਲ ਅਲੱਗ-ਅਲੱਗ ਸਪੈਸ਼ਲਿਟੀਜ਼ ਹੈਗੀਆਂ ਨੇ ਵਿੱਚ, ਜਿੱਦਾਂ ਕਿ ਤੁਸੀਂ ਕਹਿ ਸਕਦੇ ਹਾਰਟ ਦੇ ਡਾਕਟਰ ਨੇ ਸਾਡੇ ਕੋਲ, ਦੰਦਾਂ ਵਾਲਾ ਡਾਕਟਰ ਵਿੱਚ ਹੈ, ਅੱਖਾਂ ਵਾਲਾ, ਕੰਨਾਂ ਵਾਲਾ, ਠੀਕ ਹੈ ਨਾ। ਉਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਹੋਰ ਸਪੈਸ਼ਲਿਸਟ ਜੁੜੇ ਹੋਏ ਨੇ ਉਹ ਉੱਥੇ ਸਾਡੇ ਕੋਲ ਪ੍ਰੈਜ਼ੈਂਟ ਨੇ ਐਪ ਦੇ ਵਿੱਚ। ਮੈਂ ਕੱਲ ਇੱਕ ਪੇਸ਼ੈਂਟ ਬੈਠਾ ਸੀ ਜਿਵੇਂ ਤੁਹਾਡੇ ਕੋਲੇ, ਉਹਨੂੰ ਸ਼ਾਇਦ ਕੋਈ ਮਾਨਸਿਕ ਦਿੱਕਤ ਸੀਗੀ, ਤਾਂ ਤੁਸੀਂ ਐਪ ਦੇ ਜ਼ਰੀਏ ਹੀ ਇੱਕ ਡਾਕਟਰ ਦੇ ਨਾਲ ਉਹ ਗੱਲ ਕਰਕੇ ਜਿਹੜਾ ਹੈ ਨਾ ਵੀ ਉਹਦਾ ਹੱਲ ਕੀਤਾ। ਜਿਹੜਾ ਮਤਲਬ ਡਾਕਟਰ ਇੱਥੇ ਨਹੀਂ ਵੀ ਆ, ਉਹਦੀ ਵੀ ਸੇਵਾ ਮਿਲ ਸਕਦੀ ਹੈ, ਹੈ ਨਾ? ਬਿਲਕੁਲ ਸਰ, ਕਿਉਂਕਿ ਸਾਡੇ ਕੋਲ ਜਿਹੜੇ ਸੀਗੇ ਉਹ ਕਈ ਡਾਕਟਰਸ ਦੇ ਫੋਨ ਆਉਂਦੇ ਸੀਗੇ ਜੋ ਕਰਨਾ ਚਾਹੁੰਦੇ ਨੇ ਸੇਵਾ, ਲੇਕਿਨ ਕਿਸੇ ਕਾਰਨ, ਚਾਹੇ ਉਹਨਾਂ ਦੀ ਟਾਈਮ ਦੀ ਸ਼ਾਰਟੇਜ ਕਹਿ ਲਈਏ ਜਾਂ ਟਰੈਵਲ ਕਰਨ ਦੀ ਕੋਈ ਦਿੱਕਤ ਕਹਿ ਲਈਏ, ਉਹਦੇ ਕਾਰਨ ਉਹ ਜੁੜ ਨਹੀਂ ਪਾ ਰਹੇ ਸੀ। ਪਰ ਉਹ ਵੀ ਇਹੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਸੀ। ਉਸ ਯੋਗਦਾਨ ਮਤਲਬ ਉਹਨਾਂ ਦਾ ਲੈਣ ਲਈ ਅਸੀਂ ਇਹ ਐਪ ਡਿਵੈਲਪ ਕੀਤੀ ਸੀਗੀ। ਫਿਰ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਸਰ ਨੂੰ ਵੀ ਇਹ ਬੜਾ ਕਨਸੈਪਟ ਵਧੀਆ ਲੱਗਿਆ। ਹੁਣ ਸਿਰਫ ਇੱਥੇ ਸਾਡੇ ਕੋਲ ਸਿਰਫ ਪੰਜਾਬ ਦੇ ਹੀ ਨਹੀਂ, ਸਾਡੇ ਕੋਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਡਾਕਟਰਸ ਵੀ ਬੈਠੇ ਨੇ ਜੋ ਆਪਣੀਆਂ ਸੇਵਾਵਾਂ ਦਿਨ ਰਾਤ ਦੇ ਰਹੇ ਨੇ। ਔਰ ਉੱਚੋਂ ਜਿਹੜੇ ਪੇਸ਼ੈਂਟ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਸਾਈਕੈਟਰੀ ਦਾ ਪੇਸ਼ੈਂਟ ਸੀ, ਦਿਮਾਗੀ ਬਿਮਾਰੀ ਸੀ ਉਹਨੂੰ, ਠੀਕ ਹੈ। ਦਿਮਾਗੀ ਬਿਮਾਰੀ ਦਾ ਅਸੀਂ ਕਦੀ ਵੀ ਇੱਦਾਂ ਇਲਾਜ ਨਹੀਂ ਕਰਦੇ ਹੁੰਦੇ ਕਿ ਉਹਨੂੰ ਆਪ ਕੋਈ ਵੀ ਦਵਾਈ ਦੇ ਦਿੱਤੀ, ਉਹਨੂੰ ਸਪੈਸ਼ਲਿਸਟ ਦੇ ਕੋਲੋਂ ਹੀ ਦਵਾਈ ਜਾਂਦੀ ਹੈ। ਇਸ ਕਰਕੇ ਕੱਲ੍ਹ ਅਸੀਂ ਐਪ ਦੇ ਰਾਹੀਂ ਉਹਦਾ ਕੰਟੈਕਟ ਕਰਾਇਆ ਸਾਈਕੈਟਰਿਸਟ ਕੋਲ, ਜਿਹੜਾ ਦਿਮਾਗ ਦਾ ਡਾਕਟਰ ਸੀ। ਉਹਨਾਂ ਨਾਲ ਸਲਾਹ ਕੀਤੀ, ਉਹਨੂੰ ਪੂਰਾ ਦੱਸਿਆ ਕਿ ਪੁਰਾਣੀ ਕਿਹੜੀ ਮੈਡੀਕੇਸ਼ਨ ਚੱਲਦੀ ਪਈ ਉਹਦੀ, ਤੇ ਉਹਨੂੰ ਕਿਆ ਦਿੱਕਤ ਆ ਰਹੀ ਹੈ, ਤੇ ਉਹਦੀ ਸਲਾਹ ਦੇ ਨਾਲ ਇੱਥੋਂ ਦਵਾਈ ਦਿੱਤੀ ਗਈ। ਅਦਰਵਾਈਜ਼ ਅਸੀਂ ਇੱਥੋਂ ਦਵਾਈ ਬਿਨਾਂ ਸਲਾਹ ਤੋਂ, ਡਾਕਟਰ ਦੇ ਬਿਨਾਂ ਸਲਾਹ ਤੋਂ ਨਹੀਂ ਦੇ ਰਹੇ ਹਾਂ। ਇੱਕ ਤਾਂ ਵੈਸੇ ਮੈਨੂੰ ਸ਼ੋਅ ਖਤਮ ਹੋਣ ਤੋਂ ਬਾਅਦ ਜਿਵੇਂ ਸੰਧੂ ਸਾਹਿਬ ਨੇ ਵੀ ਕਹਿਣਾ, ਯਾਰ ਵੀ ਤੂੰ ਕਦੇ ਐਂ ਹੱਥ ਮਾਰ ਲੈਣਾ, ਕਦੇ ਐਂ, ਉਹ ਕੀ ਕਰਕੇ ਥੋੜ੍ਹੀਆਂ ਜਿਹੀਆਂ ਮੱਖੀਆਂ ਇੱਥੇ ਹੈਗੀਆਂ, ਤਾਂ ਕਰਕੇ ਉਹ ਕਦੇ ਇੱਧਰ ਨੂੰ ਜਾ ਵੜਦਾ, ਕਦੇ ਐਂ। ਤਾਂ ਪਰ ਮੇਰਾ ਇੱਕ ਹੋਰ ਵੀ ਤੁਹਾਨੂੰ ਸੀਗਾ ਸਵਾਲ, ਇੱਥੇ ਆਏ ਆ ਹੈ ਨਾ ਤੁਸੀਂ, ਘਰ ਤਾਂ ਨਹੀਂ ਬਣ ਸਕਦਾ ਇੱਥੇ, ਬਹੁਤ ਸਹੂਲਤਾਂ, ਮੈਂ ਕਹਿਣਾ ਗਾ ਵੀ ਇੱਥੇ ਬਹੁਤ ਸਹੂਲਤਾਂ, ਪਰ ਫਿਰ ਵੀ ਘਰ ਤਾਂ ਘਰ ਹੀ ਹੁੰਦਾ ਗਾ। ਸਾਰਾ ਕੁਝ ਛੱਡ ਕੇ ਇੱਥੇ ਸੰਘਰਸ਼ ਦੇ ਵਿੱਚ ਆਉਣਾ, ਇਹ ਡਿਸੀਜਨ ਕਿਵੇਂ ਲਿਆ, ਕਿਵੇਂ ਲੱਗਿਆ ਵੀ ਯਾਰ ਨਹੀਂ ਯਾਰ ਚਲੋ ਉੱਥੇ, ਯਾਰ ਜਿੱਥੇ ਕਿਸਾਨ ਬੈਠੇ ਉੱਥੇ ਬਹਿੰਦੇ ਆ? ਸਰ ਪਹਿਲਾਂ ਅਸੀਂ ਅਗੇਨ ਜਿੱਦਾਂ ਹਰ ਇੱਕ ਕੋਈ ਹੁਣ ਵੀ ਬੈਠਾ ਦੇਖਦਾ, ਅਸੀਂ ਵੀ ਇੱਦਾਂ ਹੀ ਪਹਿਲਾਂ ਵੀਡੀਓਜ਼ ਦੇਖਦੇ ਸੀਗੇ। ਇੱਕ ਦਿਨ ਡਾਕਟਰ ਸਾਹਿਬ ਨੇ ਅਪੀਲ ਕੀਤੀ ਕਿ ਇੱਥੇ ਡਾਕਟਰਸ ਦੀ ਬੜੀ ਕਮੀ ਹੋ ਰਹੀ ਹੈ, ਮੈਡੀਕਲ ਸਟਾਫ ਦੀ ਬੜੀ ਕਮੀ ਹੋ ਰਹੀ ਹੈ, ਔਰ ਸਾਡੇ ਜਿਹੜੇ ਬਜ਼ੁਰਗ ਨੇ ਉਹ ਕਈ ਬਿਮਾਰੀਆਂ ਨਾਲ ਜੂਝ ਰਹੇ ਨੇ, ਇਹਨਾਂ ਨੂੰ ਸਾਡੀ ਲੋੜ ਹੈ। ਤਾਂ ਉਹਨਾਂ ਦੀ ਇੱਕ ਅਪੀਲ ਸੀ ਜਿਹਨੇ ਮੈਨੂੰ ਖਿੱਚਿਆ। ਫਿਰ ਮੈਂ ਆਪਣੇ ਭਾਈ ਸਾਹਿਬ ਨਾਲ ਗੱਲ ਕੀਤੀ, ਉਹ ਵੀ ਡਾਕਟਰ ਨੇ, ਈਵਨ ਡਾਕਟਰ ਸਵਾਈਮਾਨ ਦੇ ਹੀ ਕਲੀਗ ਨੇ, ਉਹਨਾਂ ਦੇ ਹਸਪੀਟਲ 'ਚ ਹੀ ਉਹ ਕੰਮ ਕਰਦੇ ਨੇ। ਤੇ ਉਹਨਾਂ ਨਾਲ ਜਦੋਂ ਗੱਲ ਹੋਈ ਤੇ ਅਸੀਂ ਡਿਸਕਸ ਕੀਤਾ, ਆਪਣੀ ਟੀਮ ਮੈਡ ਅਲਰਟ ਦੀ ਟੀਮ ਦੇ ਨਾਲ ਡਿਸਕਸ ਕੀਤਾ ਕਿ ਅਸੀਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਕੋਈ, ਕਿਉਂਕਿ ਸਾਡੀ ਜਿਹੜੀ ਹੈਗੀ ਹੈ ਮੈਡ ਅਲਰਟ ਕੰਪਨੀ ਹੈ, ਉਹ ਬੇਸਿਕਲੀ ਹੈਲਥ ਸੇਵਾਵਾਂ ਦੇ ਵਿੱਚ ਹੀ ਯੋਗਦਾਨ ਦਿੰਦੀ ਹੈ। ਫਿਰ ਅਸੀਂ ਪੂਰੀ ਬੈਠ ਕੇ ਟੀਮ ਨੇ ਡਿਸਾਈਡ ਕੀਤਾ ਕਿ ਮੇਰੇ ਪ੍ਰੈਜ਼ੈਂਸ ਤੋਂ ਇਲਾਵਾ ਹੋਰ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਮੈਂ ਪ੍ਰੈਜ਼ੈਂਸ ਤਾਂ ਦੇ ਹੀ ਦਊਂਗੀ ਆਪਣੀ ਜਾ ਕੇ, ਲੇਕਿਨ ਇੱਕ ਬੰਦਾ ਕੋਈ ਵੀ ਸਿਨੈਰੀਓ ਚੇਂਜ ਨਹੀਂ ਕਰ ਸਕਦਾ। ਹਾਂ, ਜੇ ਇੱਕ ਟੀਮ ਪੂਰੀ ਰਲ ਕੇ ਕੋਈ ਕੰਮ ਕਰੇ ਤਾਂ ਉਹ ਸਿਨੈਰੀਓ ਚੇਂਜ ਹੋ ਜਾਂਦਾ ਹੈ। ਫਿਰ ਸਾਡੇ ਦਿਮਾਗ ਦੇ ਵਿੱਚ ਆਇਆ ਟੈਲੇ ਮੈਡੀਸਨ ਦਾ ਜਾਂ ਟੈਲੇ ਹੈਲਥ ਦਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਇਹ ਕੋਵਿਡ ਦੇ ਟਾਈਮ 'ਤੇ ਬੜੀ ਅਸਰਦਾਰ ਸੀਗੀ, ਕਿਉਂਕਿ ਉਦੋਂ ਕੀ ਸੀ, ਤੁਸੀਂ ਆਪਣੇ ਡਾਕਟਰ ਕੋਲ ਫਿਜ਼ੀਕਲੀ ਜਾ ਨਹੀਂ ਸਕਦੇ ਸੀ, ਉਹਨੂੰ ਮਿਲ ਨਹੀਂ ਸਕਦੇ ਸੀ, ਤਾਂ ਘਰੇ ਬੈਠ ਕੇ ਲੋਕ ਜਿਹੜੀ ਆ ਉਹ ਸੇਵਾਵਾਂ
ਲੈਂਦੇ ਸੀ, ਇਹ ਬਾਹਰਲੇ ਦੇਸ਼ਾਂ 'ਚ ਇਹ ਚੱਲ ਰਿਹਾ ਸੀ, ਚਾਹੇ ਉਹ ਅਮਰੀਕਾ ਸੀ ਚਾਹੇ ਕੈਨੇਡਾ ਸੀਗਾ। ਉਸ ਕਨਸੈਪਟ ਨੂੰ ਅਸੀਂ ਸੋਚਿਆ ਕਿ ਕਿਉਂ ਨਾ ਆਪਣੇ ਹੀ ਲੋਕਾਂ ਲਈ ਯੂਜ਼ ਕੀਤਾ ਜਾਵੇ, ਕਿ ਆਪਣੇ ਜਿਹੜੇ ਕਿਸਾਨ ਨੇ, ਕਿਉਂਕਿ ਦੇਖੋ ਇਹਨਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਠੀਕ ਹੈ, ਇਹ ਸਾਡੇ ਲਈ ਅਨਾਜ ਉਗਾਉਂਦੇ ਨੇ, ਸਾਡੇ ਲਈ ਇੰਨੀ ਮਿਹਨਤ ਕਰਦੇ ਆ, ਤਾਂ ਅਸੀਂ ਘਰ ਬੈਠ ਕੇ ਦੋ ਨਿਵਾਲੇ ਜਿਹੜੇ ਅਸੀਂ ਪਾਉਂਦੇ ਆ ਸੁੱਖ ਦੇ, ਉਹ ਇਹਨਾਂ ਕਰਕੇ ਹੀ ਹੈਗੇ ਆ। ਤਾਂ ਇੱਕ ਮਨ 'ਚ ਆਇਆ ਕਿ ਸੇਵਾ ਭਾਵਨਾ ਸੀਗੀ ਕਿ ਆਪਾਂ ਦੇਣੀ ਹੈ। ਡਾਕਟਰ ਸਾਹਿਬ ਦਾ ਸਾਨੂੰ ਸਹਿਯੋਗ ਮਿਲਿਆ, ਇਹਨਾਂ ਨੇ ਸਾਨੂੰ ਘਰ ਵਰਗੀਆਂ ਸਹੂਲਤਾਂ ਦਿੱਤੀਆਂ ਹੋਈਆਂ ਇੱਥੇ। ਅਤੇ ਮਤਲਬ ਅਸੀਂ, ਜੇ ਮੈਂ ਸੱਚੀ ਦੱਸਾਂ ਤਾਂ ਮੈਨੂੰ ਘਰ ਨਾਲੋਂ ਵੱਧ ਇੱਥੇ ਪਿਆਰ ਮਿਲਦਾ ਪਿਆ, ਘਰ ਤੋਂ ਵੱਧ ਸਾਨੂੰ ਜਿਹੜੀਆਂ ਉਹ ਸਹੂਲਤਾਂ ਇੱਥੇ ਮਿਲਦੀਆਂ ਪਈਆਂ। ਪਰ ਇਹ ਵੀ ਕਿਹਾ ਹੈ, ਜਿਵੇਂ ਮੈਂ ਤੁਹਾਡੇ ਜੋ ਤੁਸੀਂ ਆਸੇ ਪਾਸੇ ਹੁੰਦੇ ਹੋ, ਬਾਕੀ ਲੋਕਾਂ ਤੋਂ ਤਾਰੀਫ ਸੁਣੀ ਆ ਵੀ ਭਾਈ ਕਦੋਂ ਵੀ ਤੁਹਾਨੂੰ ਕਹਿ ਦਿਓ ਤੇ ਤੁਸੀਂ ਉਵੇਂ ਪੂਰੇ ਐਨਰਜੀ ਦੇ ਵਿੱਚ ਹਮੇਸ਼ਾ ਤਿਆਰ ਰਹਿੰਦੇ ਹੋ ਹੈਲਪ ਕਰਨ ਵਾਸਤੇ। ਸਰ ਇਹ ਤਾਂ ਲਈ ਮੈਂ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਕਿ ਉਹਨਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਸ਼ ਕੀਤਾ। ਦੇਖੋ ਹਰ ਇੱਕ ਕੋਈ ਕਰਨਾ, ਹਰ ਇੱਕ ਕੋਈ ਚਾਹੁੰਦਾ ਹੈ, ਪਰ ਬਖਸ਼ਿਸ਼ ਹੋਈ ਹੈ ਪ੍ਰਮਾਤਮਾ ਦੀ ਕਿ ਉਹਨਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਆਪਣੇ ਬਜ਼ੁਰਗਾਂ ਦੇ ਲਈ ਕੁਝ ਕਰਨ ਦਾ। ਇਹ ਸਾਡੇ ਲਈ ਬਹੁਤ ਕੁਝ ਕਰਦੇ ਨੇ, ਲੇਕਿਨ ਅਸੀਂ ਨਹੀਂ ਕਦੀ ਵੀ ਕਰ ਪਾਉਂਦੇ ਹਾਂ। ਉਹੀ ਇੱਕ ਸੋਚ ਲੈ ਕੇ ਬਸ ਸ਼ੁਰੂ ਤੋਂ ਸਵੇਰ ਤੋਂ ਸ਼ੁਰੂ ਹੋ ਜਾਈਦਾ। ਇੱਕ ਮੈਂ ਇਹ ਮਤਲਬ ਵੀ ਕੀ ਇਹਦਾ ਹੁਣ ਜਿਵੇਂ ਆਪਾਂ ਸੰਘਰਸ਼ ਕਰ ਰਹੇ ਹੋ, ਮੰਨ ਲਓ ਜਿਵੇਂ ਹੁਣ ਪਿੱਛੇ 16 ਕਿਲੋਮੀਟਰ ਤੇ ਬੈਠੇ ਆ ਹੈ ਨਾ ਲੋਕ, ਕਈ 16 ਤੋਂ ਵੀ ਕਈ ਤਾਂ ਪਿੱਛੇ ਬੈਠੇ ਆ। ਉੱਥੇ ਜੇ ਕਿਸੇ ਨੂੰ ਕੋਈ ਜ਼ਰੂਰਤ ਪੈ ਗਈ ਡਾਕਟਰ ਦੀ, ਤਾਂ ਉਹਨੇ ਇੱਕ ਐਪ ਡਾਊਨਲੋਡ ਕਰਨਾ ਫ੍ਰੀ ਦੇ ਵਿੱਚ, ਉਹਦੀ ਡਾਕਟਰ ਨਾਲ ਗੱਲ ਹੋਊਗੀ, ਉਹਨੂੰ ਸਲਾਹ ਦਿੱਤੀ ਜਾਊਗੀ। ਇੰਨਾ ਕੁ ਤਾਂ ਮੈਨੂੰ ਲੱਗਦਾ, ਚਲੋ ਕਈ ਜੇ ਬਜ਼ੁਰਗ ਨਹੀਂ ਤਾਂ ਉਹਨਾਂ ਦੇ ਆਸੇ-ਪਾਸੇ ਕੋਈ ਮੁੰਡਾ ਕੁੰਡਾ ਬੈਠਾ ਹੋਵੇ, ਕੋਈ ਜਵਾਨ ਹੈ ਨਾ ਹੋਵੇ, ਤਾਂ ਉਹਨੂੰ ਵੀ ਕਹਿ ਸਕਦੇ ਆ ਵੀ ਇਹ ਭਾਈ ਐਪ ਡਾਊਨਲੋਡ ਕਰਕੇ ਇੰਨਾ ਕੁ ਕਰੋ, ਤੇ ਉਹਨੂੰ ਪੂਰੀ ਉਹ ਗਾਈਡ ਕਰੋਗੇ ਤੁਸੀਂ। ਬਿਲਕੁਲ ਬਿਲਕੁਲ ਸਰ, ਪੂਰਾ ਗਾਈਡ ਹੋਊਗਾ। ਹੋਰ ਇਸ ਤੋਂ ਵੱਧ ਤੁਸੀਂ ਉਸ ਐਪ ਦੇ ਵਿੱਚ ਅਸੀਂ ਇੱਕ ਫੀਚਰ ਐਡ ਕੀਤਾ ਹੋਇਆ ਜਿਸ 'ਚ ਡਾਕਟਰ ਸਾਰਾ ਕੁਝ ਲਿਖ ਦੂਗਾ, ਠੀਕ ਹੈ। ਕੱਲ੍ਹ ਨੂੰ ਤੁਸੀਂ ਕਿਸੇ ਹੋਰ ਡਾਕਟਰ ਕੋਲ ਵੀ ਜਾਂਦੇ ਹੋ ਨਾ, ਤਾਂ ਉਹਨੂੰ ਪਤਾ ਹੋਊਗਾ ਕਿ ਤੁਹਾਨੂੰ ਪਿਛਲੇ ਡਾਕਟਰ ਨੇ ਕਿਆ ਦੇਖਿਆ, ਕਿਆ ਉਹਨੂੰ ਸਮਝ ਆਇਆ ਸੀ, ਉਹਨੇ ਕਿਹੜੀ ਦਵਾਈ ਤੁਹਾਡੀ ਚਲਾਈ ਸੀ ਅਤੇ ਉਸ ਦਵਾਈ ਨਾਲ ਤੁਹਾਡਾ ਕੀ ਫਰਕ ਪਿਆ। ਸਾਡੀ ਇੱਕ ਪੂਰੀ ਟੀਮ ਪਿੱਛੇ ਬੈਠੀ ਹੋਈ ਹੈ ਜੋ ਇਹਨਾਂ ਨੂੰ ਬਾਅਦ 'ਚ ਫੋਲੋਅਪ ਵੀ ਕਰ ਰਹੀ ਹੈ। ਇਹ ਨਹੀਂ ਕਿ ਅਸੀਂ ਇੱਕ ਵਾਰ ਦਵਾਈ ਦੇਤੀ, ਜੇ 16 ਕਿਲੋਮੀਟਰ ਤੁਸੀਂ ਪਿੱਛੇ ਬੈਠੇ ਹੋ ਤਾਂ ਇੱਕ ਵਾਰ ਦਵਾਈ ਮਿਲ ਗਈ, ਤੁਸੀਂ ਤਾਂ ਇੱਥੇ ਆ ਨਹੀਂ ਸਕਦੇ, ਲੇਕਿਨ ਉਸ ਤੋਂ ਬਾਅਦ ਸੋਚੋ ਵੀ ਮੈਂ ਕਿੱਥੋਂ ਦਵਾਈ ਲਊਂਗਾ, ਮੈਂ ਕਿਵੇਂ ਇਹਨੂੰ ਕਰੂੰਗਾ। ਤਾਂ ਸਾਡੀ ਇੱਕ ਟੀਮ ਪੂਰੀ ਬੈਠੀ ਹੋਈ ਹੈ ਜੋ ਜਿੱਦਾਂ ਹੁਣ ਜਿਹੜੇ BP ਦੇ ਸ਼ੂਗਰ ਵਾਲੇ ਮਰੀਜ਼ ਹੈ, ਉਹਨਾਂ ਨੂੰ ਅਸੀਂ ਹਫ਼ਤੇ ਬਾਅਦ ਉਹਨਾਂ ਨੂੰ ਫ਼ੋਨ ਕਰਕੇ ਪੁੱਛੀਦਾ ਹੈ, ਉਹਨਾਂ ਦਾ ਹਾਲ ਚਾਲ ਪੁੱਛੀਦਾ ਹੈ, ਕਿੰਨਾ ਚੇਂਜ ਆਇਆ ਹੈਗਾ ਉਹ ਪੁੱਛੀਦਾ ਹੈਗਾ, ਅਤੇ ਉਹਨਾਂ ਨੂੰ ਮੋਟੀਵੇਟ ਕਰੀਦਾ ਕਿ ਜਿੱਥੇ ਵੀ ਤੁਸੀਂ ਬੈਠੇ ਹੋ ਆਲੇ ਦੁਆਲੇ ਮਾੜਾ ਜਿਹਾ ਨਜ਼ਰ ਮਾਰੋ, ਅਗਰ ਤੁਹਾਡਾ ਚੈੱਕ ਹੋ ਸਕਦਾ ਤੁਸੀਂ ਚੈੱਕ ਕਰਾ ਲਓ, ਚੈੱਕ ਕਰਾ ਕੇ ਡਾਟਾ ਸਾਨੂੰ ਦਿਓ, ਉਹਦੀ ਜਿਹੜੀ ਦਵਾਈ ਹੈ ਉਹ ਤੁਸੀਂ 5 ਰਿਵਰ ਹਾਰਟ ਐਸੋਸੀਏਸ਼ਨ 'ਤੇ ਆ ਕੇ ਉਹ ਪਰਚੀ ਲੈ ਕੇ ਆ ਕੇ ਜਾਂ ਆਪਣਾ ਫ਼ੋਨ ਲਿਆਓ, ਉਸ ਫ਼ੋਨ ਦੇ ਰਾਹੀਂ ਵੀ ਤੁਹਾਨੂੰ ਦਵਾਈ ਦੇਖ ਕੇ ਇੱਥੋਂ ਫ੍ਰੀ 'ਚ ਦਵਾਈ ਦਿੱਤੀ ਜਾਊਗੀ, ਫ੍ਰੀ 'ਚ ਤੁਹਾਡਾ ਕੰਸਲਟੇਸ਼ਨ ਹੋ ਰਹੀ ਹੈ। ਈਵਨ ਇੱਥੇ ਤੱਕ ਨਹੀਂ ਹੈ, ਇਸ ਤੋਂ ਬਾਅਦ ਵੀ ਇਹਨੂੰ ਕੰਟੀਨਿਊ ਕੀਤਾ ਜਾਊਗਾ। ਈਵਨ ਮੈਂ ਇਸ ਚੀਜ਼ ਦਾ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹੂੰਗੀ ਕਿ 5 ਰਿਵਰ ਹਾਰਟ ਐਸੋਸੀਏਸ਼ਨ ਔਰ ਡਾਕਟਰ ਸਵਾਈਮਨ ਮਿਲ ਕੇ ਸਾਡੀ ਟੀਮ ਦੇ ਨਾਲ ਅਸੀਂ ਇਹ ਵੀ ਉਪਰਾਲਾ ਕਰ ਰਹੇ ਹਾਂ ਕਿ ਇੱਕ ਵਾਰ ਇਹ ਇੱਥੋਂ ਚਲੇ ਗਏ ਤਾਂ ਵੀ ਇਹਨਾਂ ਨੂੰ ਦਵਾਈਆਂ ਜਿਹੜੀਆਂ ਉਹ ਪਿੰਡਾਂ 'ਚ ਮੁਹੱਈਆ ਕਰਾਈ ਜਾਊਗੀ। ਇਹਦੇ ਲਈ ਅਸੀਂ ਇਹਨਾਂ ਦਾ ਰਿਕਾਰਡ ਰੱਖ ਰਹੇ ਹਾਂ, ਇਹਨਾਂ ਦਾ ਫ਼ੋਨ ਨੰਬਰ ਔਰ ਇਹਨਾਂ ਦਾ ਨਾਮ ਜਿਹੜਾ ਹੈ ਉਹ ਰੱਖਿਆ ਜਾ ਰਿਹਾ ਹੈ। ਉਹਨਾਂ ਦੇ ਅਕੋਰਡਿੰਗਲੀ ਅਸੀਂ ਜਿਹੜੇ ਏਰੀਆ 'ਚ ਜਿੱਥੇ ਸਾਨੂੰ ਲੱਗਿਆ ਕਿ ਪੇਸ਼ੈਂਟਸ ਹੈਗੇ ਨੇ ਉੱਧਰ ਉਹ ਵਾਲੀਆਂ ਦਵਾਈਆਂ ਜਿਹੜੀਆਂ ਬਾਅਦ 'ਚ ਵੀ ਇਹਨਾਂ ਨੂੰ ਦਿੱਤੀਆਂ ਜਾਣਗੀਆਂ। ਸੋ ਇਹ ਡਿਊਟੀਆਂ ਸਾਰੇ ਪੱਕੀਆਂ ਨਿਭਾਉਂਦੇ ਆ। ਇੱਧਰ ਸੰਧੂ ਸਾਹਿਬ ਬਾਈ ਜੀ ਕਿੰਨੀ ਵੀ ਕੈਮਰਾ ਮਾੜਾ ਜਿਹਾ ਮਾਰ ਕੇ ਦਿਖਾਓ, ਇਹ ਖੜੇ ਆ, ਇਹਨਾਂ ਦੀ ਆਪਦੀ ਡਿਊਟੀ ਆ। ਇੱਧਰ ਭੈਣ ਜੀ ਆ ਜਿਹੜੇ ਆਪਦੀ ਡਿਊਟੀ ਨਿਭਾਉਂਦੇ ਆ। ਸੋ ਸਾਰੀ ਇੱਕ ਟੀਮ ਆ ਯਾਰ, ਇੱਥੇ ਮਿਲ ਜੁਲ ਕੇ ਆ। ਜਦੋਂ ਅਸੀਂ ਧਰਨੇ ਤੇ ਬੈਠੇ ਆ ਯਾਰ, ਅਸੀਂ ਇੱਕ ਦੂਜੇ ਦੇ ਭੈਣ ਭਰਾ, ਅਸੀਂ ਇੱਕ ਦੂਜੇ ਦਾ ਨੂੰ ਜੇ ਕੋਈ ਤਕਲੀਫ ਆ ਉਹਦਾ ਹੱਥ ਵਟਾਉਣਾ। ਸੋ ਇਹ ਸਾਰਾ ਕੁਝ ਹੀ ਆ ਇੱਥੇ ਲਗਾਤਾਰ ਚੱਲ ਰਿਹਾ, ਤੇ ਚੜ੍ਹਦੀ ਕਲਾ ਦੇ ਵਿੱਚ ਇਹ ਪੂਰੀ ਤਰ੍ਹਾਂ ਮੋਰਚਾ ਹਜੇ ਤੱਕ ਤਾਂ ਹੈਗਾ ਬਾਈ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।